जिस बंदे ने सानू कॉल की है इंग्लैंड का नंबर है। असी वो रिगार्डिंग CP साहब नू मिति अपना 8/7 नू असी कंप्लेंट दी है। कंप्लेंट वापस लैन लई धमकियां आनी शुरू हो गई कि अपनी कंप्लेंट वापस लो, जबकि नंबर फिर वखरे सीगे। उन्होंने साफ किया कि हाँ जी हुण तुहानूं लास्ट कॉल है, तुसीं हुण कंप्लेंट वापस नहीं लैनी, हुण तुहानूं देखना। असीं पुलिस एक फोन आया धमकी वाला, बाद दे विचों कंप्लेंट वापस लैन लई किन्ने किन्ने नंबरां तो फोन आ रहे। देखो सब तो पहले इंग्लैंड का नंबर, फिर अमेरिका का नंबर, फिर आ नंबर देखो तुहाडे निगाह विच कराउणा चाहुंदा। आ देखो कि जो सानू बुलाया ACP साहब के सामने बैठे इस बंदे ने फोन कर 1-2 कॉलों तो खुद ACP साहब ने अटेंड कीतियां ने। उन्होंने मूहरों कुछ नहीं बोले ACP साहब की आवाज़ सुन के। मुड़ के असीं विधायक जी तो फोन करवाया रजिंदर कौर छीना, उन्होंने जाके मिले। उन्होंने ACP साहब ने फोन किया स्पैशली कि इन्हां दी सुनवाई की जाए। फिर ACP साहब ने उन्होंने फोन तो बाद सानू बुलाया। ये देखो कि मेरा कल्ला कल्ला बेटा है कि असी कित्थे जावांगे मैम। अगर पुलिस इंतजार करिए कि सिद्धू मूसेवाले वाला कांड होएगा कि रिपोर्टर तां आणगे। अज मेरे बेटे को कुछ भी हो जाता है तो कौन जिम्मेवार होएगा? कि दूजी पार्टी जिम्मेवार होएगी, श्याम मेडिकल स्टोर वाले जिम्मेवार होणगे कि साडा किराएदार जिम्मेवार होएगा? असी इस रिगार्डिंग अपने एरिया जिहड़ा MLA साहब ने अशोक प्राशर पप्पी साहब, उन्होंने कॉल की। जो उन्होंने वोटां वेले जो नंबर डिस्ट्रीब्यूट किया कि हाँ जी जो कोई किसी को दिक्कत पैंदी है तो आम पब्लिक की सरकार है, तुसीं इहनूं कॉल कर सकते। असी उत्थे कॉल की, उन्होंने PA जिहड़े सुमित जी है तो उन्होंने कॉल रिसीव की। मैं उन्होंने कहा कि सर मैनूं इदां थ्रैड आ रहे हैं, कॉल आ रही ने तो बई तुसीं मेरी कोई सुनवाई नहीं हो रही, लगातार मैनूं कॉल आ रही, भी तुसीं ACP साहब नूं जो फोन कर दो, शायद तुहाडे कहण नाल ACP साहब ते कोई सुनवाई तेज़ कर देण। हेलो हेलो हाँ जी कौन जी? यार भाई मैं कहा ਜਦੋਂ ਸਾਡੇ ਘਰੇ ਆਉਂਦਾ ਸੀ ਨਾ ਉਦੋਂ ਅਸੀਂ ਚੰਗੇ ਸੀਗੇ, ਹੁਣ ਅਸੀਂ ਮਾੜੇ ਆ ਨਾ। ਸਾਡੇ ਨਾਲ ਫਿਰਦੇ ਉਦੋਂ ਅਸੀਂ ਚੰਗੇ ਸੀਗੇ। भाई ਤੁਸੀਂ ਸਾਡੇ ਘਰੇ ਕਦੋਂ ਆਏ ਹੋ? ਤੁਹਾਨੂੰ ਜਾਣਦੇ ਨਹੀਂ ਹੈਗੇ, ਕੌਣ ਹੋ ਤੁਸੀਂ? ਬੋਲੋ ਨਾਮ ਤੋਂ ਸਭ। ਬਾਈ ਜੀ ਤੁਸੀਂ ਸਾਡੇ ਘਰੇ ਕਿਉਂ ਨਹੀਂ ਜਾਣਦੇ? ਜਦੋਂ ਸਾਡੇ ਬਾਈ ਘਰੇ ਆਉਂਦਾ ਹੁੰਦਾ ਸੀ ਤੂੰ ਹੁਣ ਤੂੰ ਭੁੱਲ ਗਿਆ ਹੈ? ਭਾਈ ਨਾਂ ਤਾਂ ਦੱਸ ਦੋ ਆਪਣਾ, ਮੈਨੂੰ ਪਤਾ ਲੱਗੇ ਕਿਹੜਾ ਬਾਈ ਹੈ। ਮੈਨੂੰ ਵੀ ਪਤਾ ਲੱਗੇ ਮੈਂ ਕਿਹਨਾਂ ਘਰੇ ਆਉਂਦਾ ਰਿਹਾ, ਮੈਨੂੰ ਦੱਸ ਦੋ ਕਿਹਨਾਂ। ਭਾਈ ਰਿਕਾਰਡ ਕਰਕੇ ਜਾਣ ਕੇ ਨਾਟਕ ਨਾ ਕਰ। ਮੈਂ ਤੂੰ ਮੇਰੇ ਤੂੰ ਨਾਮ ਦੱਸ ਭਾਈ। ਤੂੰ ਕਹਿਣਾ ਪਿਆ ਰੂਬੀ ਦਾ ਭਰਾ ਹੈ ਮੈਂ, ਕੀ ਆ ਜੋਤੀ ਦਾ ਭਰਾ ਹੈ ਤੂੰ ਹੁਣ ਕਿਹਾ ਮੈਨੂੰ ਭਰਾ ਕਹਿੰਦੇ ਨੇ ਝੂਠ ਬੋਲਦਾ ਸਾਰਾ ਕੁਝ। ਮੈਨੂੰ ਕਹਿੰਦਾ ਸਾਰੀਆਂ ਗੋਲੀਆਂ ਪਈਆਂ, ਤੂੰ ਅਲੱਗ-ਅਲੱਗ ਨੰਬਰਾਂ ਤੋਂ ਫੋਨ ਕਰੀ ਜਾਂਦਾ, ਤੂੰ ਦੱਸ ਸਕਦੀ ਹੈ ਕੌਣ? ਰਿਕਾਰਡਿੰਗਾਂ ਪਈਆਂ ਤੈਨੂੰ ਵੀਰ ਭਾਈ ਕਰਕੇ ਇੱਜ਼ਤ ਮਾਨਣਾ ਫੋਨ ਕਿਹੜਾ ਤੂੰ ਚੌੜਾ ਹੋਈ ਤੇ ਮੇਰੇ ਹੋਣਾ। ਓ ਯਾਰ ਮੈਨੂੰ ਦੱਸੋ, ਅਸੀਂ ਤੁਸੀਂ ਚਾਹੁੰਦੇ ਕੀ ਹੋ ਤੁਸੀਂ? ਮੈਂ ਵਿਗਾੜਿਆ ਕੀ ਤੁਹਾਡਾ? ਤੂੰ ਬੋਲਣਾ ਯਾਰ, ਤੂੰ ਜਾ ਕੇ ਜੇ ਮੈਨੂੰ ਉਨੀ ਚੀਜ਼ਾਂ ਮੇਰੇ ਮਾਂ-ਬਾਪ ਨੂੰ ਹੋਗੀ ਤੂੰ ਜ਼ਿੰਮੇਵਾਰ ਹੋਏਗਾ। ਤੈਨੂੰ ਦੱਸਦਾ ਮੈਂ। ਉਹ ਤੁਸੀਂ ਹੋ ਕੌਣ? ਮੈਂ ਤੁਸੀਂ ਹੋ ਕੌਣ? ਤੁਸੀਂ ਰੂਬੀ ਦਾ ਕਹਿ ਕੇ ਮੈਨੂੰ ਫੋਨ ਕੀਤਾ। ਮੈਂ ਤਾਂ ਮੇਰੇ ਕੋਲ ਨਾਟਕ ਨਾ ਕਰ, ਤੈਨੂੰ ਸਾਰੇ ਹੀ ਪਤਾ ਵਾ ਕੌਣ ਹੋ ਕੌਣ ਨਹੀਂ। ਮੈਨੂੰ ਮੈਂ ਨਹੀਂ ਬਾਈ ਤੁਹਾਨੂੰ ਜਾਣਦਾ ਯਾਰ, ਖੁੱਲ ਕੇ ਦੱਸੋ ਜਾਂ ਗੱਲ ਕਰੋ। ਖੁੱਲ ਕੇ ਕੀ ਪਤਾ ਜਦੋਂ ਘਰੇ ਆ ਕੇ ਆਉਂਦਾ ਜਦੋਂ ਉਹ ਝੂਠ ਬੋਲਦਾ, ਨਾਟਕ ਕਰਦਾ, ਰਿਕਾਰਡਿੰਗ ਕਰਦਾ ਸਾਰਾ। ਉਹ ਭਰਾ ਮੈਨੂੰ ਦੱਸਦਾ ਦੇ ਤੇਰਾ ਘਰ ਤੇਰਾ ਅਸਲ ਘਰ ਕਿੱਥੇ ਹੈ? ਤੇਰਾ ਘਰ ਕਿੱਥੇ ਹੈ? ਤੇਰਾ ਘਰ ਤੈਨੂੰ ਸਾਰਾ ਹੀ ਪਤਾ। ਨਾਟਕ ਨਾ ਕਰ ਜਦੋਂ ਤੇਰਾ ਉਹ ਭਰਾ ਦੱਸ ਦੇ ਮੈਨੂੰ ਭੁੱਲ ਗਿਆ ਕਿੱਥੇ ਪਹਿਲੇ? ਹੈਲੋ ਕਿੱਥੇ ਪਹਿਲੇ ਉੱਪਰ ਜੇ ਨਹੀਂ ਤੁਸੀਂ ਆਹ ਨਾਟਕ ਕਰਦੇ ਹੋ ਜਾਂ ਤੈਨੂੰ ਕਹਿੰਦਾ ਵੀ ਬਸ ਗੱਲ ਖਤਮ ਆ ਸਾਰੀ, ਤੂੰ ਫੇਰ ਜਾ ਡੱਕੇ ਮੇਰੇ ਕੋਲ ਉਹ ਬਾਈ ਗੱਲ ਹੈ ਕਿਹੜੀ ਯਾਰ ਦੱਸ ਦੇ ਮੈਨੂੰ। ਫੋਨ ਕਰ ਤੰਗ ਕੀਤਾ ਤਾਂ ਤੂੰ ਹੈ ਕੌਣ? ਗੱਲ ਦੱਸ ਕੀ ਹੈ? ਤੂੰ ਕਦੇ ਕਿਤੇ ਜਾਣਾ ਕਰੇ ਕਿਤੇ ਜਾਣਾ ਗਿਆ ਨਹੀਂ, ਤੂੰ ਕਿੱਥੇ ਗਿਆ ਪਤਾ ਕਰਨਾ ਵੀ ਉਹਨੂੰ ਕਹੋ ਜੀ ਫੋਨ ਨਾ ਕਰੇ ਜੇ ਨਾ ਕਰੇ। ਤੂੰ ਫਿਰ ਤੇਰਾ ਮਤਲਬ ਕੀ ਹੈ ਕਿਤੇ ਜਾਣ ਦਾ? ਮੈਂ ਕਿਹਨੂੰ ਕਿਹਾ ਫੋਨ ਨਾ ਕਰੇ? ਮੈਂ ਤੈਨੂੰ ਜਾਣਦਾ ਹੀ ਨਹੀਂ ਹੈਗਾ, ਤੂੰ ਹੈ ਕੌਣ ਹੈ? ਕਿਹੜੇ ਮੈਟਰ 'ਚ ਮੈਨੂੰ ਲਿਜਾ ਰਿਹਾ? ਉਹ ਤੂੰ ਭੁੱਲ ਗਿਆ ਨਾ, ਨਾਲੇ ਤੂੰ ਗਿਆ ਸਭ ਪਾਸੇ ਗਿਆ, ਤੂੰ ਹੁਣ ਤੂੰ ਬਦਲਣਾ ਨਾਟਕ ਨਾ ਕਰ। ਤੈਨੂੰ ਮੈਂ ਕਹਿੰਦਾ ਜੇ ਤਾਂ ਗੱਲ ਖਤਮ ਕਰ ਮੇਰਾ ਬੇਸ਼ੱਕ ਕਰਦੇ, ਜੇ ਗੱਲ ਕੋਈ ਸੁਣੀਏ ਮੈਨੂੰ ਤਾਂ ਵੀ ਦੱਸ ਦੇ। ਵੱਡੇ ਭਰਾ ਪਹਿਲਾਂ ਮੈਨੂੰ ਗੱਲ ਦੱਸ, ਕਿਹੜੇ ਮੈਟਰ ਤੋਂ ਮੈਨੂੰ ਗੱਲ ਕਰਦਾ ਪਿਆ? ਕਿਹੜੇ ਮੈਂ ਤੇਰੇ ਘਰੇ ਆਉਣਾ ਰਿਹਾ? ਕਿਹਨੂੰ ਮੈਂ ਕਿਹਾ ਫੋਨ ਨਾ ਕਰ? ਮੈਨੂੰ ਪਹਿਲਾਂ ਮੈਟਰ ਦੱਸ। ਤੂੰ ਮੈਨੂੰ ਪਹਿਲੇ ਦਿਨ ਕਿਹਾ ਮੈਂ ਰੂਬੀ ਦਾ ਭਰਾ ਬੋਲਦਾ, ਤੂੰ ਮੈਨੂੰ ਤੰਗ ਨਾ ਕਰ। ਕਿੱਥੇ ਆ ਕੌਣ? ਤੂੰ ਆਇਆ ਤੇਰੀ ਮਾਤਾ ਆਈ ਹੋਊਗੀ ਕੋਈ ਵੀ ਹੈ, ਤੂੰ ਆ ਕੇ ਕਿਹਾ ਨਹੀਂ ਵੀ ਹਾਂ ਕਿੱਥੇ ਆ? ਉਹਨੂੰ ਕਹੋ ਜੀ ਫੋਨ ਨਾ ਕਰੇ। ਕਿਹਦੇ ਕੋਏ ਅਸੀਂ?
ਕਿਹਦੇ ਕੋਲ ਆਏ ਆ? ਸਾਨੂੰ ਦੱਸ ਤਾਂ ਸੀ ਕਿਹਦੇ ਕੋਲ ਆਏ ਆ ਅਸੀਂ? ਸਾਨੂੰ ਦੱਸ ਤਾਂ ਦੇ ਭਰਾਵਾ। ਹੈਲੋ हेलो 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 नमस्ते सर जी, डाबर साहब बोल रहे हैं? जी डाबर साहब इधर बस्ती वजह से बोल रहे हैं जी। जी 3 नंबर गली से। हाँ जी सर एक छोटी बेनती सी जी सर, एक ना बाहरले नंबर तो कोई यानी कि धमकियां जी आ रही हैं जी, कंप्लेंट तुसी भी लगाओ अपने थाने जाके दो जाके नंबर उत्थे। सर दिता नंबर सीपी साहब नु, एसीपी साहब नु मतलब कंप्लेंट आई हुई है। 15 दिन हुए सर, कोई है नहीं रिस्पॉन्स अच्छा। दो कंप्लेंट देने तो बाद भी कॉल आ चुकी है। कोई नहीं, कोई थाने फिर जाके मिलो, ऐसे चलो मेरी गल करा दी। ठीक है सर, ठीक। ठीक। जनहितैषी टीआरपी नहीं खरीदते, भरोसा जीतते हैं हम। सत श्री अकाल, मैं हां अंजलि राजपूत ते तुसी देख रहे हो जनहितैषी। ਧਮਕੀ ਭਰੇ ਫੋਨ ਆਉਣ ਦਾ ਸਿਲਸਿਲਾ ਪੰਜਾਬ ਦੇ ਵਿੱਚ ਲਗਾਤਾਰ ਹੀ ਜਾਰੀ ਹੈ, ਜਿਸ ਦੇ ਚਲਦਿਆਂ ਪੋਲੀਟੀਸ਼ੀਅਨਸ ਨੂੰ, ਇਸ ਦੇ ਨਾਲ ਹੀ ਜਿਹੜੇ ਐਕਟਰਸ ਨੇ, ਆਮ ਲੋਕਾਂ ਨੂੰ, ਜਿਹੜੇ ਵਿਧਾਇਕ ਨੇ, ਹਰ ਕਿਸੇ ਨੂੰ ਜਿਹੜੇ ਨੇ ਧਮਕੀ ਭਰੇ ਫੋਨ ਆ ਰਹੇ ਨੇ, ਜਿਸ ਦੇ ਚਲਦਿਆਂ ਇੱਕ ਹੋਰ ਮਾਮਲਾ ਜਿਹੜਾ ਅਸੀਂ ਦੇਖ ਸਕਦੇ ਹਾਂ, ਪ੍ਰੋਪਰਟੀ ਡਿਸਪਿਊਟ ਦੇ ਚਲਦਿਆਂ ਬਾਹਰਲੇ ਨੰਬਰਾਂ ਤੋਂ ਲਗਾਤਾਰ ਹੀ ਧਮਕੀ ਭਰੇ ਫੋਨ ਆ ਰਹੇ ਨੇ। ਤਾਂ ਗੱਲਬਾਤ ਕਰਦਿਆਂ ਸਾਹਿਲ ਬੰਸਲ ਜੀ ਦੇ ਨਾਲ, ਜਿਨ੍ਹਾਂ ਨੂੰ ਬਾਹਰਲੇ ਨੰਬਰ ਤੋਂ ਲਗਾਤਾਰ ਹੀ ਜਿਹੜੇ ਨੇ ਥ੍ਰੈਟ ਕਾਲਸ ਆ ਰਹੇ ਨੇ, ਧਮਕੀਆਂ ਆ ਰਹੀਆਂ ਨੇ, ਜਾਣਦੇ ਉਹਨਾਂ ਤੋਂ ਆਖਿਰ ਕੀ ਹੈ ਪੂਰਾ ਮਾਮਲਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਹਾਂਜੀ, ਤਾਂ ਸਰ ਕੀ ਹੈ ਮੈਟਰ, ਕੌਣ ਤੁਹਾਨੂੰ ਫੋਨ ਕਰ ਰਿਹਾ, ਕਿਸ ਗੱਲ ਨੂੰ ਲੈ ਕੇ ਇਹ ਜਿਹੜਾ ਡਿਸਪਿਊਟ ਚੱਲ ਰਿਹਾ, ਕੀ ਜਾਣਕਾਰੀ ਹੈ ਇਸ ਦੀ? ਮੈਮ ਸਾਡਾ ਪ੍ਰੋਪਰਟੀ ਦਾ ਕੇਸ ਲੱਗਿਆ ਹੋਇਆ ਅਦਾਲਤ ਵਿੱਚ, ਤੇ ਉਹਨਾਂ ਸਾਡਾ ਕੋਈ ਇਸ਼ੂ ਨਹੀਂ। ਨਾਲ ਜਿਹੜੀ ਉਹਨਾਂ ਦੀ ਦੁਕਾਨ ਹੈ ਪ੍ਰੋਪਰਟੀ ਦੇ, ਉਹਨਾਂ ਨੇ ਉਹ ਬੰਦੇ ਸਾਡੀ ਦੁਕਾਨ ਖਰੀਦਣਾ ਚਾਹੁੰਦੇ ਨੇ। ਸਾਡੇ ਘਰੇ ਕਿੰਨੀ ਵਾਰ ਸੁਨੇਹੇ ਭੇਜ ਚੁੱਕੇ ਨੇ ਦੁਕਾਨ ਵੇਰੋ, ਅਸੀਂ ਨਹੀਂ ਵੇਚਣਾ ਚਾਹੁੰਦੇ। ਉਹਦੇ ਰਿਗਾਰਡਿੰਗ ਉਹਨਾਂ ਨੇ ਸਾਨੂੰ ਬਾਹਰਲੇ ਨੰਬਰਾਂ ਤੋਂ ਕਾਲਾਂ ਕਰਵਾਉਣੀਆਂ ਸ਼ੁਰੂ ਕਰਤੀਆਂ ਕਿ ਤੁਸੀਂ ਹਾਂਜੀ ਜੀ ਉਹਨਾਂ ਨੂੰ ਤੰਗ ਨਾ ਕਰੋ, ਸਾਨੂੰ ਬਿਨਾਂ ਕਿਸੇ ਮਤਲਬ ਤੋਂ ਵਿੱਚ ਇਨਵੋਲਵ ਕਰ ਰਹੇ ਮੈਟਰ 'ਤੇ, ਜਦ ਕਿ ਸਾਡਾ ਕੋਈ ਕਾਲ ਨਹੀਂ। ਉਹਦੇ ਰਿਗਾਰਡਿੰਗ ਜਿਹੜੀ ਰਿਕਾਰਡਿੰਗ ਸੀਗੀ, ਜੋ ਮੈਨੂੰ ਧਮਕੀ ਆਈ ਹੈ, ਜਿਸ ਬੰਦੇ ਨੇ ਸਾਨੂੰ ਕਾਲ ਕੀਤੀ ਹੈ, ਇੰਗਲੈਂਡ ਦਾ ਨੰਬਰ ਹੈ, ਅਸੀਂ ਉਹਦੇ ਰਿਗਾਰਡਿੰਗ ਸੀਪੀ ਸਾਹਿਬ ਨੂੰ ਮਿਤੀ ਆਪਣਾ 8/7 ਨੂੰ ਅਸੀਂ ਕੰਪਲੇਂਟ ਦਿੱਤੀ ਹੈ, ਜਿਹਦੇ ਬਿਹਾਫ 'ਚ ਉਹਨਾਂ ਨੇ ACP ਸਾਹਿਬ ਨੌਰਥ ਨੂੰ ਮਾਰ ਕਰਤੀ ਕੰਪਲੇਂਟ ਦਿੱਤੀ ਅਸੀਂ। ਉਸ ਤੋਂ ਬਾਅਦ ਉਹਨਾਂ ਨੇ ਇਸ ਕੰਪਲੇਂਟ ਦੇ ਐਕਸ਼ਨ ਲੈਂਦੇ ਹੋਏ ਦੂਜੀ ਪਾਰਟੀ ਨੂੰ ਜਦੋਂ ਬੁਲਾਇਆ, ਉਸ ਤੋਂ ਬਾਅਦ ਸਾਨੂੰ ਫਿਰ ਕੰਪਲੇਂਟ ਵਾਪਸ ਲੈਣ ਲਈ ਧਮਕੀਆਂ ਆਉਣੀ ਸ਼ੁਰੂ ਹੋ ਗਈਆਂ ਕਿ ਆਪਣੀ ਕੰਪਲੇਂਟ ਵਾਪਸ ਲਓ, ਜਦ ਕਿ ਨੰਬਰ ਫਿਰ ਵੱਖਰੇ ਸੀਗੇ, ਕਿਸੇ ਹੋਰ ਕੰਟਰੀ ਦੇ ਸੀਗੇ। ਅਸੀਂ ACP ਸਾਹਿਬ ਦੇ ਟੱਚ ਦੇ ਵਿੱਚ ਲਗਾਤਾਰ ਟੱਚ 'ਚ ਰਹਿ ਰਹੇ ਹਾਂ, ਬਟ ਪੁਲਿਸ ਵੱਲੋਂ ਸਾਨੂੰ ਕੋਈ ਅੱਛਾ ਰਿਸਪੌਂਸ ਨਹੀਂ ਮਿਲਿਆ ਕਿ ਦੂਜੀ ਜਿਹੜੀ ਪਾਰਟੀ ਹੈ ਜਿਹੜੀ ਸਾਨੂੰ ਫੋਨ ਕਰਵਾ ਰਹੀ, ਜਿਹਦਾ ਵਿੱਚ ਉਹ ਬੰਦਾ ਨਾਮ ਲੈ ਰਿਹਾ ਕਿ ਹਾਂਜੀ ਇਹ ਬੰਦੇ ਨੂੰ ਤੁਸੀਂ ਕੰਪਲੇਂਟ ਵਾਪਸ ਲਓ, ਇਹਨਾਂ ਰਿਗਾਰਡਿੰਗ ਵਾਪਸ ਲਓ, ਉਹਨਾਂ ਦੇ ਖਿਲਾਫ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਪਈ। ਜਦ ਕਿ ਹੁਣ ਲਾਸਟ ਕਾਲ ਸਾਨੂੰ ਲੇਟੈਸਟ ਫਰਾਈਡੇ ਨੂੰ ਆਈ ਹੈ, ਜਿਹਦੇ ਵਿੱਚ ਉਹਨੇ ਸਾਫ਼ ਕਿਹਾ ਕਿ ਹਾਂਜੀ ਹੁਣ ਤੁਹਾਨੂੰ ਲਾਸਟ ਕਾਲ ਹੈ, ਤੁਸੀਂ ਹੁਣ ਕੰਪਲੇਂਟ ਵਾਪਸ ਨਹੀਂ ਲੈਣੀ, ਹੁਣ ਤੁਹਾਨੂੰ ਦੇਖਣਾ। ਅਸੀਂ ਪੁਲਿਸ ਦੇ, ਜਿਵੇਂ ਸਾਨੂੰ ਪੁਲਿਸ ਜੀ ਨੇ ਹੌਸਲਾ ਦਿੱਤਾ ਸੀਗਾ ਕਿ ਹਾਂਜੀ ACP ਸਾਹਿਬ ਨੇ ਤੁਸੀਂ ਜੀ ਕਰ ਦਿਓ, ਜੋ ਕੋਈ ਗੱਲ ਨਹੀਂ, ਡਰ ਕੇ ਨਹੀਂ ਰਹਿਣਾ ਹੈਗਾ, ਹੌਸਲੇ ਨਾਲ ਰਹਿਣਾ। ਅਸੀਂ ਹੌਸਲੇ ਨਾਲ ਸਾਰੀ ਗੱਲਬਾਤ ਉਹਨਾਂ ਨੇ ਮੈਂ ਹੌਸਲੇ ਨਾਲ ਗੱਲ ਉੱਦੀ ਉਸ ਬੰਦੇ ਨਾਲ ਗੱਲ ਕੀਤੀ ਫ਼ੋਨ 'ਤੇ ਕਿ ਹਾਂਜੀ ਜੀ ਕੋਈ ਗੱਲ ਨਹੀਂ, ਅਸੀਂ ਕੰਪਲੇਂਟ ਵਾਪਸ ਨਹੀਂ ਲੈਣੀ। ਤਾਂ ਹੁਣ ਉਸ ਬੰਦੇ ਨੇ ਉਸ ਤੋਂ ਬਾਅਦ ਫ਼ੋਨ ਨਹੀਂ ਕੀਤਾ, ਬਟ ਹੁਣ ਮੈਨੂੰ ਪੂਰੀ ਟੈਨਸ਼ਨ ਪਈ ਹੋਈ ਆ। ACP ਸਾਹਿਬ ਨੇ ਰਿਕਾਰਡਿੰਗ ਮੰਗਵਾ ਲਈ ਸੀਗੀ ਕਿ ਰਿਕਾਰਡਿੰਗ ਸਾਨੂੰ ਭੇਜ ਦਿਓ, ਪਰ ਹਾਲੇ ਤੱਕ ਦੇਖੋ ਮੰਡੇ 'ਚ ਆਪਾਂ ਬੈਠੇ ਹਾਂ, ਫਰਾਈਡੇ ਦੀ ਰਿਕਾਰਡਿੰਗ ਭੇਜੀ ਹੋਈ ਆ, ACP ਸਾਹਿਬ ਨੇ ਹਾਲੇ ਤੱਕ ਰਿਕਾਰਡਿੰਗ ਸੀਨ ਤੱਕ ਨਹੀਂ ਕੀਤੀ ਹੈਗੀ। ਤਾਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਪੁਲਿਸ ਸਾਡੇ ਇਸ ਮੈਟਰ ਤੋਂ ਕਿੰਨੀ ਸਿੰਸੀਅਰ ਹੈ। ਅਤੇ ਹੁਣ ਅਸੀਂ ਡਰ ਦੇ ਮਾਹੌਲ 'ਚ ਜੀ ਰਹੇ ਹਾਂ, ਜਦ ਕਿ ਜਿਹੜੇ ਦੂਸਰੇ ਪਰਸਨ ਨੇ ਜਿਹੜੇ ਸਾਨੂੰ ਕਾਲ ਕਰਵਾ ਰਹੇ ਨੇ, ਉਹ ਆਪਣੀ ਦੁਕਾਨਾਂ ਚਲਾ ਰਹੇ, ਆਰਾਮ ਨਾਲ ਬੈਠੇ ਨੇ, ਅਤੇ ਅਸੀਂ ਕਿੱਥੇ ਜਾਈਏ? ਹੁਣ ਅਸੀਂ ਹਾਰ ਕੇ ਤੁਹਾਡੇ ਕੋਲ ਆਏ ਹਾਂ ਕਿ ਤੁਹਾਡੇ ਕੋਲ ਹੁਣ ਇਨਸਾਫ ਦੀ ਮੰਗ ਕਰਦੇ ਪਏ ਕਿ ਤੁਸੀਂ ਪ੍ਰਸ਼ਾਸਨ ਨੂੰ ਥੋੜ੍ਹਾ ਪ੍ਰਸ਼ਾਸਨ ਨੂੰ ਪੁੱਛੋ ਕਿ ਸਾਡੇ ਇਸ ਮੈਟਰ ਦੇ ਵਿੱਚ ਤੁਸੀਂ ਕੀ ਐਕਸ਼ਨ ਲੈ ਰਹੇ ਹੋ। ਇਹੀ ਬੇਨਤੀ ਹੈ। ਇਹ ਮੇਰੇ ਮਦਰ ਫਾਦਰ ਨੇ, ਇਹ ਵੀ ਥੋੜ੍ਹੇ ਸਹਿਮੇ ਹੋਏ ਨੇ। 3 ਸਾਲ ਦਾ ਮੇਰਾ ਬੱਚਾ, 4 ਸਾਲ ਦਾ BCM ਸਕੂਲ ਜਾਂਦਾ ਹੈ। ਜਿਹੜੇ ਬੰਦੇ ਕਾਲ ਕਰਵਾ ਰਹੇ ਆ, ਉਹਨਾਂ ਦੀ ਦੁਕਾਨ ਦੇ ਬਾਰੇ ਬੱਚਾ ਬੱਸ 'ਚ ਉਤਰਦਾ, ਮੇਰੀ ਵਾਈਫ ਪਿੱਛੇ ਉਹਨੂੰ ਰਿਸੀਵ ਕਰਨ ਜਾਂਦੀ ਹੈ। ਮੈਨੂੰ ਹਰ ਵਕਤ ਜੋਬ 'ਤੇ ਬੈਠੇ ਟੈਨਸ਼ਨ ਰਹਿੰਦੀ ਹੈ ਕਿ ਪਤਾ ਪਿੱਛੋਂ ਘਰੇ ਕੋਈ ਮਿਸ ਹੈਪਨਿੰਗ ਨਾ ਹੋ ਜਾਵੇ। ਹਮੇਸ਼ਾ ਆਪਾਂ ਦੇਖ ਰਹੇ ਹਾਂ ਜਦੋਂ ਵਾਰਦਾਤ ਹੋ ਜਾਂਦੀ ਹੈ, ਪੁਲਿਸ ਜਾਂ ਮੀਡੀਆ ਉਹਦੀ ਕਵਰੇਜ ਕਰਨ ਆਉਂਦਾ ਹੈ। ਉੱਦਾਂ ਜਦੋਂ ਲੋਕ ਇੱਥੇ ਭਟਕਦੇ ਗਰਾਊਂਡ ਲੈਵਲ 'ਤੇ ਕੋਈ ਨਹੀਂ ਦੇਖਦਾ ਹੈਗਾ ਕੀ ਹੋ ਰਿਹਾ। ਅੱਜ ਅਸੀਂ ਇਨਸਾਫ ਦੀ ਆਪਣੀ ਮੰਗ ਕਰਦੇ ਵੀ ਸਾਡੇ ਸਾਥ ਦਿਓ, ਕਿਰਪਾ ਕਰਕੇ ਪਲੀਜ਼। ਪ੍ਰਸ਼ਾਸਨ ਇੱਧਰ ਵੀ ਧਿਆਨ ਦਿਓ, ਥੋੜ੍ਹੀ ਵਿਧਾਇਕਾਂ ਦੀ ਜਿਹੜੇ ਹੋਰ ਥ੍ਰੈਡ ਆ ਰਹੇ ਨੇ, ਆਮ ਪਬਲਿਕ ਦਾ ਵੀ ਥੋੜ੍ਹਾ ਸੋਚੋ। ਇਹੀ ਬਸ ਕਹਿ ਰਹੇ ਹਾਂ। ਨੰਬਰ ਦੇਖੋ ਤੁਸੀਂ, ਇੱਕ ਫੋਨ ਆਇਆ ਪਹਿਲਾਂ ਧਮਕੀ ਵਾਲਾ, ਬਾਅਦ ਦੇ ਵਿੱਚੋਂ ਇੱਕ ਫੋਨ ਆਇਆ ਧਮਕੀ ਵਾਲਾ, ਬਾਅਦ ਦੇ ਵਿੱਚੋਂ ਕੰਪਲੇਂਟ ਵਾਪਸ ਲੈਣ ਲਈ ਕਿੰਨੇ ਨੰਬਰਾਂ ਤੋਂ ਫੋਨ ਆ ਰਹੇ। ਦੇਖੋ ਸਭ ਤੋਂ ਪਹਿਲਾਂ ਇੰਗਲੈਂਡ ਦਾ ਨੰਬਰ, ਫਿਰ ਅਮਰੀਕਾ ਦਾ ਨੰਬਰ, ਫਿਰ ਆਹ ਨੰਬਰ ਦੇਖੋ ਤੁਹਾਡੇ ਨਿਗਾਹ ਵਿੱਚ ਕਰਾਉਣਾ ਚਾਹੁੰਦਾ। ਆਹ ਦੇਖੋ 5044 ਹਿਡਨ ਨੰਬਰ, ਕੋਈ ਨੰਬਰ ਹੀ ਨਹੀਂ ਹੈਗਾ। ਤੁਸੀਂ ਇਸ ਤੋਂ ਅੰਦਾਜ਼ਾ ਲਾਓ 201 ਨੰਬਰ। ਇੱਦਾਂ ਦੇ ਨੰਬਰ ਦੇਖ ਕੇ ਕਿਹੜਾ ਆਮ ਇਨਸਾਨ ਜਿਹੜਾ ਖੌਫ 'ਚ ਜਾਂ ਟੈਨਸ਼ਨ 'ਚ ਨਹੀਂ ਆਊਗਾ।
ਸਾਨੂੰ ਕੋਈ ਕੰਪਿਊਟਰ ਦੀ ਨੌਲੇਜ ਨਹੀਂ, ਸਾਨੂੰ ਨਹੀਂ ਪਤਾ ਇਹ ਕਾਲ ਕੌਣ ਕਰਵਾ ਰਿਹਾ ਕੌਣ ਨਹੀਂ ਕਰਵਾ ਰਿਹਾ। ਜਿਹਦਾ ਅਸੀਂ ਨਾਂ ਲੈ ਰਹੇ ਇਹ ਬੰਦਾ ਜਿਹੜਾ ਦੇਖੋ ਪੁਲਿਸ ਜਦੋਂ ਦੂਜੀ ਪਾਰਟੀ ਨੂੰ ਥਾਣੇ 'ਚ ਬੁਲਾਉਂਦੀ ਹੈ ਉਦੋਂ ਹੀ ਸਾਨੂੰ ਕੰਪਲੇਂਟ ਵਾਪਸ ਲੈਣ ਦੇ ਧਮਕੀਆਂ ਨੇ ਫੋਨ ਆਉਣੇ ਸ਼ੁਰੂ ਹੋ ਜਾਂਦੇ, ਕੰਪਲੇਂਟ ਵਾਪਸ ਲਓ। ਇਹਦਾ ਸਿੱਧਾ ਮਤਲਬ ਹੈ ਕਿ ਉਹ ਬੰਦੇ ਇਨਵੋਲਵ ਨੇ, ਪਰ ਪੁਲਿਸ ਉਹਨਾਂ ਨੂੰ ਕੋਈ ਟਾਰਗੇਟ ਨਹੀਂ ਕਰ ਰਹੀ ਹੈਗੀ, ਕੋਈ ਇੰਟੈਰੋਗੇਟ ਨਹੀਂ ਕਰ ਰਹੀ। ਅਸੀਂ ਚਾਹੁੰਦੇ ਕਿ ਉਹਨਾਂ ਨੂੰ ਇੰਟੈਰੋਗੇਟ ਕੀਤਾ ਜਾਵੇ ਅਤੇ ਸਾਡਾ ਕੋਈ ਹੱਲ ਕੀਤਾ ਜਾ ਸਕੇ ਇਸ ਕੰਪਲੇਂਟ ਦਾ, ਅਸੀਂ ਹੀ ਚਾਹੁੰਦੇ ਹਾਂ। ਤਾਂ ਤੁਹਾਨੂੰ ਕੀ ਲੱਗਦਾ ਹੈ ਆਖਿਰ ਕੌਣ ਜਿਹੜਾ ਤੁਹਾਨੂੰ ਇਹ ਫੋਨ ਕਰ ਰਿਹਾ? ਇਹ ਸਾਡੇ ਉੱਥੇ ਸਾਹਮਣੇ ਰਹਿੰਦੇ ਨੇ, ਸ਼ਾਮ ਮੈਡੀਕਲ ਹਾਲ ਆ ਜੀ, ਦੁਕਾਨ ਚਲਾਉਂਦੇ ਨੇ। ਉਹਨਾਂ ਦਾ ਮੁੰਡਾ ਡੀ ਫਾਰਮਾਸਿਸਟ ਹੈ ਆਸ਼ੀਸ਼ ਧਵਨ, ਉਹਨਾਂ ਦੀ ਮਦਰ ਹੈ ਜੋਤੀ ਧਵਨ, ਬੇਟੀ ਦਾ ਨਾਮ ਹੈ ਪਲਵੀ ਧਵਨ, ਉਹਨਾਂ ਦਾ ਹਸਬੈਂਡ ਹੈ ਸਤੀਸ਼ ਧਵਨ। ਇਹ 4 ਬੰਦੇ ਇਨਵੋਲਵ ਨੇ ਜਿਹੜੇ ਸਰਾਸਰ ਸਾਨੂੰ ਬਾਏ ਕਿਸੇ ਨੋਨ ਪਰਸਨ ਮਾਰਕੀਟ ਦੇ ਪ੍ਰਧਾਨਾਂ ਨੂੰ ਵੀ ਇਹਨਾਂ ਨੇ ਕਾਲ ਕੀਤੀ ਹੈ ਜਾਂ ਬਾਏ ਮਿਲ ਕੇ ਆਏ ਨੇ ਕਿ ਤੁਸੀਂ ਇਹਨਾਂ ਨਾਲ ਸਾਡਾ ਸਮਝੌਤਾ ਕਰਾ ਦਿਓ ਕਿਸੇ ਤਰ੍ਹਾਂ, ਅਸੀਂ ਨਹੀਂ ਕਾਲ ਕਰਵਾਉਂਦੇ ਜੀ, ਅਸੀਂ ਐਂ ਨਹੀਂ ਕੀਤਾ, ਕਿ ਸਾਨੂੰ ਹਰੇ ਪਾਸੇ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ। ਅਸੀਂ ਇਹ ਸਾਰੀ ਗੱਲ ਪੁਲਿਸ ਦੀ ਨੌਲੇਜ ਵਿੱਚ ਲਿਆ ਰਹੇ ਹਾਂ, ਪਰ ਪੁਲਿਸ ਦਾ ਕੋਈ ਰਵੱਈਆ ਸਾਨੂੰ ਯਾਨੀ ਕਿ ਸਾਡੇ ਪ੍ਰਤੀ ਸਹੀ ਨਹੀਂ ਲੱਗ ਰਿਹਾ, ਜਿਹਦੇ ਕਰਕੇ ਅਸੀਂ ਮਜਬੂਰਨ ਤੁਹਾਡੇ ਕੋਲ ਅੱਜ ਪੇਸ਼ ਹੋਏ ਹਾਂ ਕਿ ਸਾਡਾ ਕੋਈ ਹੈਲਪ ਕੀਤੀ ਜਾਵੇ। ਇਹ ਬੰਦੇ ਬੇਫਿਕਰ ਹੋ ਕੇ ਬੇਖੌਫ ਘੁੰਮ ਰਹੇ ਆ, ਜਿਵੇਂ ਇਹਨਾਂ ਦੀ ਕੋਈ ਪਤਾ ਨਹੀਂ ਕੀ ਅਪਰੋਚ ਹੁੰਦੀ ਹੈ ਜਾਂ ਕੀ ਸੈਟਿੰਗ ਹੁੰਦੀ। ਤੁਸੀਂ ਆਪ ਦੇਖੋ ACP ਸਾਹਿਬ ਦੇ ਦਫ਼ਤਰ ਬੈਠੇ ਇਹ ਬੰਦੇ ਦੀ ਹਿੰਮਤ ਦੇਖੋ, ਜਿਹੜਾ ਬੰਦਾ ਕਾਲ ਕਰ ਰਿਹਾ ACP ਟਾਈਮਿੰਗ ਦੇਖੋ, ਅਤੇ ਉਹਨਾਂ ਦੇ ਉੱਥੋਂ ਰਿਗਾਰਡ ਤੁਸੀਂ ACP ਸਾਹਿਬ ਕੋਲ ਕਨਫਰਮ ਕਰਾ ਸਕਦੇ ਹੋ ਕਿ ਜਦੋਂ ਸਾਨੂੰ ਬੁਲਾਇਆ ACP ਸਾਹਿਬ ਦੇ ਸਾਹਮਣੇ ਬੈਠੇ ਇਸ ਬੰਦੇ ਨੇ ਫੋਨ ਕਰਿਆ। 1-2 ਕਾਲਾਂ ਤਾਂ ਖੁਦ ACP ਸਾਹਿਬ ਨੇ ਅਟੈਂਡ ਕੀਤੀਆਂ ਨੇ, ਉਹਨਾਂ ਨੇ ਮੂਹਰੋਂ ਕੁਛ ਨਹੀਂ ਬੋਲਿਆ ACP ਸਾਹਿਬ ਦੀ ਆਵਾਜ਼ ਸੁਣ ਕੇ। ਤੁਸੀਂ ਅੰਦਾਜ਼ਾ ਲਾਓ, ਜਦ ਅਗਰ ਅਫਸਰ ਨੂੰ ਕੁਛ ਨਹੀਂ ਸਮਝ ਰਿਹਾ ਸਾਨੂੰ ਕੀ ਸਮਝੂਗਾ ਕਿ ਜਿਹੜਾ ਬੰਦਾ ਕਾਲ ਕਰ ਰਿਹਾ ਉਸ ਨੂੰ ਪੁਲਿਸ ਦਾ ਕਿੰਨਾ ਕੁ ਖੌਫ ਹੈ ਜਾਂ ਕਿੰਨੀ ਕੁ ਉਹਨੂੰ ਟੈਨਸ਼ਨ ਹੈ, ਅਸੀਂ ਸੋਚ ਨਹੀਂ ਸਕਦੇ ਕਿ ਅਸੀਂ ਕਿਸ ਸਿਚੁਏਸ਼ਨ 'ਚ ਗੁਜ਼ਰ ਰਹੇ ਹਾਂ। ਬਿਲਕੁਲ। ਤਾਂ ਇਹ ਜਿਹੜੇ ਤੁਹਾਨੂੰ ਕਾਲਸ ਆਉਂਦੀਆਂ ਨੇ, ਜਿਹੜੀ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਫੋਨ ਦੇ ਉੱਪਰ, ਕੋਈ ਔਰਤ ਹੁੰਦੀ ਹੈ ਕਿ ਕੋਈ ਆਦਮੀ ਹੈ? ਆਦਮੀ ਹੈ ਜੀ, ਆਦਮੀ ਹੈ। ਉਹ ਬਾਰ-ਬਾਰ ਇਹੀ ਕਹਿ ਰਿਹਾ ਕੰਪਲੇਂਟ ਵਾਪਸ ਲੈ ਲਓ। ਤੁਹਾਡੀ ਉਹ ਜਿਹੜੇ ਹੈਗੇ ਨੇ ਜੋਤੀ ਧਵਨ ਜੀ, ਰੂਬੀ, ਉਹਦਾ ਨਿਕਨੇਮ ਰੂਬੀ ਹੈ, ਉਹਨਾਂ ਨੇ ਫਾਹਾ ਲੈ ਲੈਣਾ, ਤੁਸੀਂ ਫਸ ਜਾਣਾ। ਅਸੀਂ ACP ਸਾਹਿਬ ਨੂੰ ਦੱਸਿਆ, ਉਹਨਾਂ ਨੇ DDR ਨੰਬਰ ਕੱਟ ਕੇ ਉਹਨਾਂ ਦੇ ਨਾਮ ਦੀ ਖੁਦਕੁਸ਼ੀ ਰਿਪੋਰਟ ਵੀ ਦਰਜ ਕੀਤੀ ਹੈ ਕਿ ਕੱਲ੍ਹ ਨੂੰ ਤੁਸੀਂ ਨਾ ਫਸ ਜਾਓ। ਅਤੇ ਬਟ ਫਿਰ ਵੀ ਲਗਾਤਾਰ ਕਾਲਾਂ ਆ ਰਹੀਆਂ ਨੇ, ਕਾਲਾਂ ਬੰਦ ਨਹੀਂ ਹੋ ਰਹੀਆਂ। ਇੱਕੋ ਗੱਲ ਹੈ ਕੰਪਲੇਂਟ ਵਾਪਸ ਲੈ ਲਓ। ਜੇ ਅੱਜ ਅਸੀਂ ਕੰਪਲੇਂਟ ਵਾਪਸ ਲੈ ਲੈਂਦੇ ਹਾਂ, ਕੱਲ੍ਹ ਨੂੰ ਕੀ ਗਰੰਟੀ ਹੈ ਅਸੀਂ ਸੇਫ ਹੈ ਕਿ ਨਹੀਂ ਸੇਫ ਹੈਗੇ। ਤਾਂ ਇਸ ਬਾਬਤ ਤੁਸੀਂ ਕਿਸੇ ਵਿਧਾਇਕ ਦੇ ਨਾਲ, ਕਿਸੇ MLA ਦੇ ਨਾਲ ਕੋਈ ਗੱਲਬਾਤ ਕੀਤੀ? ਵਿਧਾਇਕ ਜੀ ਨਾਲ ਗੱਲ ਕੀਤੀ ਹੈ, ਸਾਡੇ ਲਿੰਕ ਵਿੱਚ ਸੀਗੇ ਜੀ। ਵਿੱਕੀ ਮੇਰਾ ਫਰੈਂਡ ਹੈ ਵਿੱਕੀ, ਉਹਨਾਂ ਨੇ ਵਿਧਾਇਕ ਰਜਿੰਦਰ ਕੌਰ ਛੀਨਾ ਸਾਊਥ ਵਾਲੇ, ਉਹਨਾਂ ਨੇ ਕਾਲ ਕਰਵਾਈ ਸੀਗੀ, ACP ਸਾਹਿਬ ਨੂੰ ਕਾਲ ਕੀਤੀ ਹੈ। ਉਹਨਾਂ ਦੀ ਕਾਲ ਜਾਣ ਤੋਂ ਬਾਅਦ ACP ਸਾਹਿਬ ਨੇ ਬੁਲਾਇਆ ਮੌਕੇ 'ਤੇ ਸਾਨੂੰ ਕਿ ਬੁਲਾਉਂਦੇ ਦੋਨਾਂ ਪਾਰਟੀਆਂ ਨੂੰ। ਜਦੋਂ ਬੁਲਾਇਆ ਉਹਦੀ ਫਿਰ ਫੋਨ ਆਉਣੇ ਸ਼ੁਰੂ ਹੋ ਗਏ। ACP ਸਾਹਿਬ ਨੂੰ ਫੋਨ ਖੁਦ ਅਟੈਂਡ ਕੀਤੇ ਨੇ, ਅਤੇ ਬਟ ਫਿਰ ਵੀ ਉਸ ਤੋਂ ਬਾਅਦ ACP ਸਾਹਿਬ ਨੇ ਕਿਹਾ ਅਸੀਂ ਸਾਈਬਰ ਸੈੱਲ ਨੂੰ ਕੰਪਲੇਂਟ ਭੇਜਦੇ ਹਾਂ। ਪਰ ਕੰਪਲੇਂਟ ਭੇਜਣ ਤੋਂ ਬਾਅਦ ਵੀ ਸਾਨੂੰ ਕਾਲ ਆ ਰਹੀਆਂ ਨੇ। ਪਰ ਹੁਣ ਅਸੀਂ ਇਹ ਸੋਚ ਰਹੇ ਹਾਂ ਕਿ ਸਾਨੂੰ ਨਾ ਕੋਈ ਸਿਕਿਉਰਿਟੀ ਹੈ, ਨਾ ਕੋਈ ਸਾਨੂੰ ਕੋਈ ਪੁਲਿਸ ਨੇ ਕੋਈ ਉੱਥੇ ਉਹਨਾਂ ਨੂੰ ਕੋਈ ਤਾੜਨਾ, ਕੋਈ ਇੰਨੀ ਸਖਤੀ ਨਾਲ ਪੁੱਛਗਿੱਛ ਕੀਤੀ ਹੈ ਕਿ ਅਗਲੇ ਨੂੰ ਕੋਈ ਡਰ ਖੌਫ ਪੈਦਾ ਹੋਵੇ। ਅਸੀਂ ਇੱਦਾਂ ਹੀ ਘੁੰਮ ਰਹੇ ਹਾਂ, ਜਦ ਕਿ ਕੋਈ ਆ ਕੇ ਸਾਡੀ ਕੋਈ ਵਾਰਦਾਤ ਕਰ ਸਕਦਾ, ਸਾਡਾ ਕੌਣ ਜ਼ਿੰਮੇਵਾਰ ਹੈ? ਵੀ ਸਾਨੂੰ ਕੁਛ ਨਹੀਂ ਪਤਾ ਲੱਗ ਰਿਹਾ ਅਸੀਂ ਹੁਣ ਕੀ ਕਰੀਏ। ਅਸੀਂ ਬਹੁਤ ਸਹਿਮੇ ਹੋਏ ਹਾਂ, ਨਾ ਅਸੀਂ ਜੋਬ ਕਰ ਸਕਦੇ ਹਾਂ, ਨਾ ਅਸੀਂ ਘਰੋਂ ਬਾਹਰ ਨਿਕਲ ਸਕਦੇ ਹਾਂ। ਜੇ ਅਸੀਂ ਜੋਬ 'ਤੇ ਗੱਲ ਦੱਸ ਰਹੇ ਹਾਂ ਉਹ ਵੀ ਥ੍ਰੈਟ ਹੁੰਦੇ, ਨਾ ਸਾਡਾ ਕੋਈ ਰਿਲੇਟਿਵ ਇਸ ਸਮੇਂ ਸਾਡੇ ਨਾਲ ਖੜ ਰਿਹਾ। ਅਗਲਾ ਕਹਿੰਦੇ ਇਸ ਮੈਟਰ ਵਿੱਚ ਅਸੀਂ ਨਾ ਫਸ ਜੀ ਕਿਤੇ, ਕਿ ਜੋ ਤੁਹਾਡਾ ਮੈਟਰ ਹੈ ਇਹ ਚੱਕਰ ਹੈ ਜੀ। ਬਿਲਕੁਲ। ਤਾਂ ਇਹ ਤੁਹਾਡਾ ਡਿਸਪਿਊਟ ਆਖਿਰਕਾਰ ਕਿਸ ਗੱਲ ਨੂੰ ਲੈ ਕੇ, ਇਹ ਥੋੜਾ ਸਮਝਾਓ ਸਰ। ਡਿਸਟ੍ਰੀਬਿਊਟ ਇਸੀ ਗੱਲ ਦਾ ਕਿ ਜਿਹੜੀ ਸਾਡੀ ਦੁਕਾਨ ਦਾ ਰੌਲਾ, ਉਹਨਾਂ ਦਾ ਫਰੰਟ ਉਹਦੇ ਨਾਲ ਲੱਗ ਰਿਹਾ ਹੈ। ਜਿਹੜੇ ਬੰਦੇ ਫੋਨ ਕਰਵਾ ਰਹੇ ਨੇ ਉਹ ਉੱਥੇ ਨਰਸਿੰਗ ਹੋਮ ਖੋਲ੍ਹਣਾ ਚਾਹੁੰਦੇ ਨੇ ਕਿ ਸਾਡੇ ਬੱਚੇ ਨੇ ਡੀ-ਫਾਰਮੇਸੀ ਕੀਤੀ ਹੈ, ਕਿ ਸਾਨੂੰ ਤੁਸੀਂ ਦੁਕਾਨ ਸੇਲ ਕਰ ਦਿਓ। ਸਾਨੂੰ 2-3 ਵਾਰ ਉਹਨਾਂ ਨੇ ਆਫਰ ਵੀ ਭੇਜੀ ਹੈ, ਬਟ ਅਸੀਂ ਨਹੀਂ ਐਕਸੈਪਟ ਕੀਤੀ ਕਿਉਂਕਿ ਮੇਰੇ ਫਾਦਰ ਸਾਹਿਬ ਦਾ ਲੱਤ 3-4 ਵਾਰ ਐਕਸੀਡੈਂਟ ਹੋ ਚੁੱਕਿਆ। ਅਸੀਂ ਦੁਕਾਨ ਖੁਦ ਕਰਨਾ ਚਾਹੁੰਦੇ ਹਾਂ, ਇਸ ਕਰਕੇ ਅਸੀਂ ਦੁਕਾਨ ਨਹੀਂ ਕਰਨਾ। ਸਾਡਾ ਉੱਥੇ ਅਦਾਲਤ ਵਿੱਚ ਵੀ ਇਹੀ ਮੈਟਰ ਹੈ ਕਿ ਹਾਂ ਅਸੀਂ ਗਾਰਮੈਂਟ ਦਾ ਕੰਮ ਕਰਨਾ ਚਾਹੁੰਦੇ ਹਾਂ, ਕਿਉਂਕਿ ਮਦਰ ਮੇਰੇ ਗਾਰਮੈਂਟ ਦੀ ਜੋਬ ਕਰਦੇ ਸੀਗੇ, ਉਹਨਾਂ ਨੂੰ ਥੋੜ੍ਹਾ ਐਕਸਪੀਰੀਅੰਸ ਹੈਗਾ, ਅਸੀਂ ਕਰਨਾ ਚਾਹੁੰਦੇ ਹਾਂ ਉਸਦਾ। ਅਤੇ ਬਟ ਅਸੀਂ ਨਹੀਂ ਇੰਟਰਸਟਿਡ ਹੈਗੇ ਉਹਨਾਂ ਨੂੰ ਵੇਚਣ ਦੇ। ਬਸ ਉਹ ਸਾਨੂੰ ਦੁਕਾਨ ਲੈਣ ਲਈ ਪ੍ਰੈਸ਼ਰਸ ਕਰ ਰਹੇ ਆ ਕਿ ਡਰਾ ਧਮਕਾ ਕੇ ਇਹਨਾਂ ਨੇ ਇੰਨਾ ਕੁ ਦਿਓ ਕਿ ਮੈਂ ਆਪਣੇ ਘਰ ਦਾ ਇਕੱਲਾ ਕਰਨਾ, ਮੇਰਾ ਹੋਰ ਕੋਈ ਬ੍ਰਦਰ ਨਹੀਂ ਹੈਗਾ, ਸਿਸਟਰ ਆ ਉਹ ਵਿਆਹ ਹੋ ਚੁੱਕੀ, ਇਸ ਕਰਕੇ ਇਕੱਲਾ ਕਰਨਾ। ਕੱਲ੍ਹ ਨੂੰ ਮੇਰੀ ਵਾਈਫ ਵੀ ਆ, ਉਹ ਵੀ ਸਹਿਮ ਦੇ ਵਿੱਚ ਹੈ, ਬੱਚਾ ਛੋਟਾ, ਇਸ ਕਰਕੇ ਮੇਰੇ ਪਰਿਵਾਰ ਨੂੰ ਬਹੁਤ ਖਤਰਾ ਹੈ। ਬਿਲਕੁਲ। ਤਾਂ ਤੁਹਾਨੂੰ ਦੁਕਾਨ ਵੇਚਣ ਦੇ ਲਈ ਮਜਬੂਰ ਕੀਤਾ ਜਾ ਰਿਹਾ? ਜੀ। ਤਾਂ ਤੁਹਾਡੀ ਪ੍ਰਸ਼ਾਸਨ ਤੋਂ ਇਸ ਨੂੰ ਲੈ ਕੇ ਕੀ ਮੰਗ ਹੈ? ਪ੍ਰਸ਼ਾਸਨ ਤੋਂ ਇਸੀ ਮੰਗ ਹੈ ਕਿ ਸਾਡੀ ਸੁਰੱਖਿਆ ਪ੍ਰਤੀ ਯਾਨੀ ਕਿ ਪ੍ਰਸ਼ਾਸਨ ਸੰਜੀਦਗੀ ਲਵੇ ਇਸ ਮੈਟਰ ਨੂੰ, ਪਰ ਕੋਈ ਸਾਨੂੰ ਸਿਕਿਉਰਿਟੀ ਦੇਵੇ ਜਾਂ ਕੋਈ ਸਾਨੂੰ ਕੋਈ ਇਹੋ ਜਿਹੇ ਕੰਮ ਕਰੇ ਜਿੰਨਾ ਸਾਨੂੰ ਹੋਵੇ ਕਿ ਹਾਂ ਜੀ ਪ੍ਰਸ਼ਾਸਨ ਕੁਝ ਕਰਦਾ ਪਿਆ। ਜਦ ਪ੍ਰਸ਼ਾਸਨ ਅਸੀਂ ਫਰਾਈਡੇ ਨੂੰ ਰਿਕਾਰਡਿੰਗ ਭੇਜੀ, ਹਾਲੇ ਤੱਕ ਰਿਕਾਰਡਿੰਗ ਸੀਨ ਨਹੀਂ ਕੀਤੀ ਪ੍ਰਸ਼ਾਸਨ ਨੇ ਸਾਡੀ। ਜਿਹੜੇ ਮੌਕੇ ਦੇ ਅਫਸਰ ਆ ਜਿਨ੍ਹਾਂ ਕੋਲ ਮੈਟਰ ਹੈ, ਅਤੇ ਅਸੀਂ ਕੀ ਉਮੀਦ ਲਾ ਸਕਦੇ ਹਾਂ ਕਿ ਸਾਨੂੰ ਅਸੀਂ ਕੀ ਕਰੀਏ। ਅਸੀਂ ਮੇਰੇ ਮਦਰ ਫਾਦਰ ਦਾ ਹਾਲ ਦੇਖੋ, ਅਸੀਂ ਘਰ 'ਚ ਕੀ ਹਾਂ, ਅਸੀਂ ਪ੍ਰੋਪਰ ਰੋਟੀ ਤੱਕ ਨਹੀਂ ਖਾ ਰਹੇ ਘਰੇ, ਸਾਡਾ ਕੀ ਹਾਲ ਹੈ।
ਰਿਲੇਟਿਵ ਸਾਡਾ ਕੋਈ ਸਾਡੇ ਨਾਲ ਖੜ ਨਹੀਂ ਰਿਹਾ ਹੈਗਾ, ਡਰ ਦੇ ਮਾਰੇ ਅਗਲੇ ਸਾਨੂੰ ਕਾਲ ਨਹੀਂ ਕਰ ਰਹੇ ਕਿ ਤੁਹਾਡੀ ਕੰਪਲੇਂਟਾਂ ਚੱਲਣੀ ਵੀ ਕਿਤੇ ਪੁੱਛ ਕੇ ਸਾਨੂੰ ਨਾ ਥਾਣੇ ਬੁਲਾ ਲਵੇ। ਅਸੀਂ ਕਿੱਥੇ ਜਾਈਏ? ਆਸ ਪੜੋਸ ਵਾਲੇ ਆ ਉਹ ਵੀ ਸਹਿਮ ਦੇ ਵਿੱਚ ਨੇ ਕਿ ਕੀ ਚੱਲਦਾ ਪਿਆ। ਤੁਸੀਂ ਮੌਕੇ ਤੇ ਜਾ ਕੇ ਗਰਾਊਂਡ ਜਾ ਕੇ ਮੌਕੇ ਤੇ ਦੇਖੋ, ਤੁਸੀਂ ਹਾਲਾਤ ਸਾਡੇ ਘਰ ਦੇ ਆਸ ਪੜੋਸ ਨੂੰ ਪੁੱਛੋ ਜਿਨ੍ਹਾਂ ਨਾਲ ਅਸੀਂ ਇਸ ਮੈਟਰ ਦੀ ਡਿਸਕਸ ਕੀਤੀ ਹੋਈ ਹੈ, ਜਿਨ੍ਹਾਂ ਨੂੰ ਉਹਨਾਂ ਨੇ ਸਮਝੌਤੇ ਲਈ ਕੋਲਾਂ ਕੀਤੀਆਂ ਕਿ ਸਾਡਾ ਸਮਝੌਤਾ ਕਰਾ ਦਿਓ। ਅਸੀਂ ਤਾਂ ਫੋਨ ਕਰਾਉਂਦੇ ਨਹੀਂ, ਸਾਡਾ ਸਮਝੌਤਾ ਕਰਾ ਦਿਓ। ਜੇ ਤੁਸੀਂ ਕਾਲ ਕਰਾਉਂਦੇ ਨਹੀਂ ਫਿਰ ਤੁਹਾਨੂੰ ਕਾਹਦਾ ਡਰ ਹੈ? ਫਿਰ ਸਮਝੌਤਾ ਕਿਸ ਗੱਲ ਦਾ? ਜੇ ਤੁਸੀਂ ਕਾਲ ਕਰਾਈ ਨਹੀਂ ਫਿਰ ਸਮਝੌਤਾ ਕਿਸ ਗੱਲ ਦਾ? ਪ੍ਰਸ਼ਾਸਨ ਦੂਜੀ ਪਾਰਟੀ ਨੂੰ ਨਹੀਂ ਸੀਰੀਅਸਲੀ ਲੈ ਰਿਹਾ, ਨਹੀਂ ਉਹਨਾਂ ਕੋਲ ਇੰਟਰੋਗੇਟ ਕਰ ਰਿਹਾ। ਇਹ ਕੀ ਚੱਕਰ ਹੈ? ਇਹ ਪ੍ਰਸ਼ਾਸਨ ਦੱਸ ਸਕਦਾ ਜਾਂ ਦੂਜੀ ਪਾਰਟੀ ਦੱਸ ਸਕਦੀ। ਤਾਂ ਜੀਨਤ ਬਾਂਸਲ ਵੀ ਜਿਹੜੇ ਨੇ ਉਹ ਵੀ ਇਸ ਵੇਲੇ ਸਾਡੇ ਨਾਲ ਮੌਜੂਦ ਨੇ, ਜਿਨ੍ਹਾਂ ਨੂੰ ਕਿ ਲਗਾਤਾਰ ਹੀ ਇੰਨੀਆਂ ਥ੍ਰੈਟਸ ਆ ਰਹੇ ਨੇ, ਜਿਹੜੇ ਬਾਹਰਲੇ ਨੰਬਰ ਤੋਂ ਲਗਾਤਾਰ ਹੀ ਫੋਨ ਕਰਕੇ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲਗਾਤਾਰ ਹੀ ਮਜਬੂਰ ਕੀਤਾ ਜਾ ਰਿਹਾ ਕਿ ਆਪਣੀ ਜਗ੍ਹਾ ਵੇਚ ਦੇਣ। ਤਾਂ ਮੈਮ ਕੰਪਲੇਂਟ ਜਿਹੜੀ ਤੁਹਾਡੇ ਨਾਮ ਤੇ ਕੀਤੀ ਗਈ ਹੈ? ਯੈਸ ਮੈਮ। ਹਾਂਜੀ, ਕਦੋਂ ਕਰਵਾਈ ਸੀ ਤੁਸੀਂ ਇਹ ਕੰਪਲੇਂਟ? ਮੈਮ ਅਸੀਂ 9/7 ਨੂੰ ਕੰਪਲੇਂਟ ਕਰਵਾਈ ਹੈ। ਕਮਿਸ਼ਨਰ ਸਾਹਿਬ ਨੇ ਮੈਂ ਖੁਦ ਪੇਸ਼ ਹੋਈ ਸੀਗੀ। ਉਹਨਾਂ ਨੇ ਫਿਰ ਸਾਡੀ ਕੰਪਲੇਂਟ ਅੱਗੇ ACP ਸਾਹਿਬ ਨੂੰ ਮਾਰਕ ਕੀਤੀ। ਜਿਹੜੀ ਕੰਪਲੇਂਟ ਦੇ ਵਿੱਚ ਇੱਕ 15-20 ਦਿਨ ਦਾ ਟਾਈਮ ਲੱਗ ਗਿਆ ਆਉਂਦੇ। ਜਦ ਉਹਨਾਂ ਨੇ ਸਾਨੂੰ 1-2 ਵਾਰੀ ਬੁਲਾਇਆ, ਅਸੀਂ ਗਏ। ਮੇਰੇ ਹਸਬੈਂਡ ਅਕਸਰ ਦਿੱਲੀ ACP ਸਾਹਿਬ ਦੇ ਆਫਿਸ ਜਾਂਦੇ ਆ। ਉਹ ਕਹਿੰਦੇ ACP ਇੱਕ ਵਾਰੀ ਮਿਲੇ ਆ, ਬੁਲਾਉਂਦੇ ਆ, ਇੱਕ ਦਿਲਾਸਾ ਦਿੱਤਾ, ਮੁੜ ਕੇ ਕੋਈ ਸੁਣਵਾਈ ਨਹੀਂ ਹੋਈ ਸਾਡੀ। ਮੁੜ ਕੇ ਅਸੀਂ ਵਿਧਾਇਕ ਜੀ ਤੋਂ ਫੋਨ ਕਰਵਾਇਆ, ਰਜਿੰਦਰ ਕੌਰ ਛੀਨਾ, ਉਹਨਾਂ ਨੂੰ ਜਾ ਕੇ ਮਿਲੇ। ਉਹਨਾਂ ਨੇ ACP ਸਾਹਿਬ ਨੂੰ ਫੋਨ ਕੀਤਾ ਸਪੈਸ਼ਲੀ ਕਿ ਇਹਨਾਂ ਦੀ ਸੁਣਵਾਈ ਕੀਤੀ ਜਾਵੇ। ਫਿਰ ACP ਸਾਹਿਬ ਨੇ ਉਹਨਾਂ ਦੇ ਫੋਨ ਤੋਂ ਬਾਅਦ ਸਾਨੂੰ ਬੁਲਾਇਆ ਆਫਿਸ। ਦੂਜੀ ਪਾਰਟੀ ਨੂੰ ਵੀ ਬੁਲਾਇਆ, ਦੂਜੀ ਪਾਰਟੀ ਸਾਹਮਣੇ ਮੈਡਮ ਇਸ ਤਰ੍ਹਾਂ ਫੋਨ ਆ ਰਿਹਾ। ਖੁਦ ACP ਸਾਹਿਬ ਨੇ ਵੀ ਅਟੈਂਡ ਕੀਤਾ। ਮੈਡਮ ਇਹ ਦੇਖੋ ਕਿ ਮੇਰਾ ਕੱਲਾ ਬੇਟਾ ਹੈ ਕਿ ਅਸੀਂ ਕਿੱਥੇ ਜਾਵਾਂਗੇ ਮੈਮ? ਅਗਰ ਪੁਲਿਸ ਇੰਤਜ਼ਾਰ ਕਰੀਏ ਕਿ ਸਿੱਧੂ ਮੂਸੇਵਾਲੇ ਵਾਲਾ ਕਾਂਡ ਹੋਏਗਾ ਕਿ ਰਿਪੋਰਟਰ ਤਾਂ ਆਉਣਗੇ ਕਿ ਅਸੀਂ ਦਰ ਭਟਕਾਂਗੇ ਕਿ ਅੱਜ ਮੇਰੇ ਬੇਟੇ ਨੂੰ ਕੁਝ ਵੀ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਹੋਏਗਾ? ਕਿ ਦੂਜੀ ਪਾਰਟੀ ਜ਼ਿੰਮੇਵਾਰ ਹੋਏਗੀ? ਸ਼ਾਮ ਮੈਡੀਕਲ ਸਟੋਰ ਵਾਲੇ ਜ਼ਿੰਮੇਵਾਰ ਹੋਣਗੇ? ਕਿ ਸਾਡਾ ਕਿਰਾਏਦਾਰ ਜ਼ਿੰਮੇਵਾਰ ਹੋਏਗਾ? ਕਿ ਇੱਕ ਆਮ ਪਬਲਿਕ ਜ਼ਿੰਮੇਵਾਰ ਹੋਏਗੀ? ਕਿ ਪੁਲਿਸ ਵਾਰਦਾਤ ਦਾ ਇੰਤਜ਼ਾਰ ਕਰ ਰਹੀ ਹੈ? ਤਾਂ ਅਸੀਂ ਮੈਡਮ 1.5 ਮਹੀਨੇ ਤੋਂ ਭਟਕ ਰਹੇ ਹਾਂ। ਸੀਰੀਅਸਲੀ ਕਹਿ ਰਹੀ ਮੈਂ 1.5 ਮਹੀਨੇ ਤੋਂ ਭਟਕ ਰਹੀ ਹਾਂ, ਥਾਂ ਤੇ ਜਾ ਰਹੇ ਹਾਂ, ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਅੱਜ ਤੱਕ। ਅਸੀਂ ਕਿਸ ਨੂੰ ਕਵਾਂਗੇ? ਕਿੱਥੇ ਜਾਈਏ? ਮੈਨੂੰ ਦੱਸੋ ਨਾ, ਕਿ ਕਰਾ ਦੱਸੋ ਕਿ ਅਸੀਂ ਕਿਸ ਨੂੰ ਮਿਲੀਏ ਜਾ ਕੇ? ਕੀ ਸੇਫਟੀ ਹੈ? ਆਮ ਪਬਲਿਕ ਦੀ ਕੋਈ ਸੇਫਟੀ ਨਹੀਂ ਹੈਗੀ। ਕਿੰਨੀਆਂ ਸਰਕਾਰਾਂ ਬਦਲ ਗਈਆਂ, ਕਿੰਨੀਆਂ ਆਈਆਂ ਗਈਆਂ, ਲੇਕਿਨ ਅਸੀਂ ਕਿਹੜੀ ਸਰਕਾਰ ਨੂੰ ਕਵਾਂਗੇ ਜਾ ਕੇ? ਖੁਦ ਅਸੀਂ ਭਗਵੰਤ ਮਾਨ ਨੂੰ ਵੀ ਆਨਲਾਈਨ ਕੰਪਲੇਂਟ ਕਰਵਾਈ ਹੋਈ ਹੈ, ਉਹਨਾਂ ਨੂੰ ਵੀ ਕਰਵਾਈ ਸੀਗੀ, ਕਮਿਸ਼ਨਰ ਸਾਹਿਬ ਨੂੰ ਵੀ ਕਰਵਾਈ, ਸਭ ਨੂੰ ਕਰਵਾਈ ਹੈ, ਲੇਕਿਨ ਕੋਈ ਸੁਣਵਾਈ ਨਹੀਂ ਹੈ ਸਾਡੀ ਹਜੇ ਤੱਕ। ਤਾਂ ਭਗਵੰਤ ਮਾਨ ਜੀ ਨੂੰ ਜਿਹੜੀ ਤੁਸੀਂ ਕੰਪਲੇਂਟ ਕਰਵਾਈ ਹੈ ਆਨਲਾਈਨ, ਉਸ ਦੇ ਉੱਪਰ ਕੋਈ ਰਿਸਪੌਂਸ ਆਇਆ? ਜਿਹੜਾ ਪੋਰਟਲ ਲਾਂਚ ਕੀਤਾ ਸੀ ਅਸੀਂ ਉਹ ਪੋਰਟਲ ਤੇ ਵੀ ਕੰਪਲੇਂਟ ਕੀਤੀ ਸੀਗੀ। ਉਹ ਪੋਰਟਲ ਦੀ ਕੰਪਲੇਂਟ ਤੇ ਕਮਿਸ਼ਨਰ ਸਾਹਿਬ ਦੀ ਕੰਪਲੇਂਟ ਇੰਕਲੂਡਿੰਗ ਕਰਕੇ ਉਹਨਾਂ ਨੇ ACP ਸਾਹਿਬ ਨੂੰ ਮਾਰਕ ਕਰਤੀ ਸੀਗੀ ਕਿ ਉਹ ਜਿਹੜੀ ਤੁਸੀਂ ਕੰਪਲੇਂਟ ਕੀਤੀ ਹੈ ਪੋਰਟਲ ਤੇ, ਜਿਹੜਾ ਪੰਜਾਬ ਪੁਲਿਸ ਦਾ ਪੋਰਟਲ ਭਗਵੰਤ ਮਾਨ ਸਾਹਿਬ ਪਿਛਲੇ ਦਿਨੀ ਲਾਂਚ ਕਰਕੇ ਗਏ ਨੇ, ਅਸੀਂ ਉੱਥੇ ਕੰਪਲੇਂਟ ਕੀਤੀ ਸੀਗੀ। ਤੇ ਜਿਹੜੀ ਅਸੀਂ ਬਾਏ ਹੈਂਡ ਜਾ ਕੇ ਕਮਿਸ਼ਨਰ ਸਾਹਿਬ ਨੂੰ ਦੇ ਕੇ ਆਏ ਹਾਂ, ਉਹਨਾਂ ਨੇ ਦੋਨੋਂ ਕੰਪਲੇਂਟਾਂ ਇਕੱਠੀਆਂ ਕਰਕੇ ACP ਸਾਹਿਬ ਦੀ ਡਿਊਟੀ ਲਗਾਤੀ ਸੀਗੀ, ਮਾਰਕ ਕਰਤੀ ਸੀ। ਉਹ ਮਾਰਕ ਕੀਤੀ ਵੀ ਸਾਡੇ ਕੋਲ ਹੈਗੀ ਹੈ, ਜਿਹੜੀ ਉਹਨਾਂ ਨੇ ਮਾਰਕ ਕੀਤੀ ਸੀਗੀ ਕੰਪਲੇਂਟ ਅੱਜ 19 ਤਰੀਕ ਨੂੰ ਮਾਰਕ ਕਰਤੀ ਸੀ ਉਹਨਾਂ ਨੇ। ਤੇ 19 ਤੋਂ ਲੈ ਕੇ ਦੇਖੋ ਜੀ 9/7 ਤੋਂ ਅਸੀਂ ਕੰਪਲੇਂਟ ਦਿੱਤੀ ਹੈ ਤੇ ਅੱਜ ਆਪਾਂ 22/8 'ਚ ਬੈਠੇ ਹਾਂ। ਕੋਲਾਂ ਲਗਾਤਾਰ ਜਾਰੀ ਹੈ। ਪਹਿਲਾਂ ਆ ਰਹੀ ਸੀ ਧਮਕਾਉਣ ਦੀ, ਹੁਣ ਆ ਰਹੀ ਕੰਪਲੇਂਟ ਵਾਪਸ ਲੈਣ ਦੀ, ਜਦ ਕਿ ਉਹਨਾਂ ਨੂੰ ਡਰ ਹੈ ਕਿਸੇ ਗੱਲ ਦਾ। ਪੁਲਿਸ ਬੁਲਾ ਰਹੀ ਹੈ ਸ਼ਾਮ ਮੈਡੀਕਲ ਨੂੰ, ਤੇ ਸ਼ਾਮ ਮੈਡੀਕਲ ਵਾਲਿਆਂ ਨੂੰ ਜੋਤੀ ਧਵਨ ਨੂੰ ਬੁਲਾ ਰਹੀ ਹੈ, ਤੇ ਫੋਨ ਸਾਨੂੰ ਕਿਤੇ ਬਾਹਰੋਂ ਆ ਰਹੇ ਨੇ। ਜੋ ਉਹਨਾਂ ਨੂੰ ਪੁਲਿਸ ਦਾ ਖੌਫ ਹੈ ਤਦੀ ਆ ਰਹੇ, ਪਰ ਪੁਲਿਸ ਐਕਸ਼ਨ ਲੈ ਨਹੀਂ ਰਹੀ। ਪੁਲਿਸ ਆਪਣੀ ਪਾਵਰ ਨੂੰ ਪਛਾਣ ਨਹੀਂ ਪਾ ਰਹੀ ਕਿ ਉਹਨਾਂ ਕੋਲ ਕੀ ਚੀਜ਼ ਹੈ। ਅਸੀਂ ਮੈਮ ਅਸੀਂ ਕੀ ਤੰਗ ਕਰਾਂਗੇ? ਤੰਗ ਤਾਂ ਸਾਨੂੰ ਕੀਤਾ ਹੋਇਆ ਨਾ, ਹਰਾਸਮੈਂਟ ਤਾਂ ਅਸੀਂ ਲਗਾਤਾਰ ਹੋ ਰਹੇ ਹਾਂ। ਅਸੀਂ ਕਿੰਨਾ ਹਰਾਸਮੈਂਟ ਹੋ ਰਹੇ ਹਾਂ, ਇੱਕ ਮੌਤ ਦੇ ਸਾਏ ਵਿੱਚ ਜੀ ਰਹੇ ਹਾਂ ਅਸੀਂ। ਪਰਿਵਾਰ ਤੇ ਮੌਤ ਦੀ ਤਲਵਾਰ ਲਟਕ ਰਹੀ ਹੈ ਪੂਰੇ ਪਰਿਵਾਰ ਤੇ ਕਿ ਕਦੇ ਕੁਝ ਵੀ ਹੋ ਸਕਦਾ। ਸਾਰਾ ਦਿਨ ਮੇਰਾ ਬੇਟਾ ਬਾਹਰ ਘੁੰਮਦਾ, ਕੀ ਗਰੰਟੀ ਹੈ ਰਸਤੇ 'ਚ ਕੁਝ ਵੀ ਹੋ ਜਾਏਗਾ? ਅਗਰ ਇੱਕ ਚਰੀਟ ਵੀ ਲੱਗਦੀ ਹੈ ਜਾਂ ਕੁਝ ਵੀ ਹੋ ਜਾਂਦਾ, ਲੇਕਿਨ ਇਹ ਸਾਰੇ ਜ਼ਿੰਮੇਵਾਰ ਹੋਣਗੇ ਨਾ, ਫਿਰ ਪੁਲਿਸ ਪ੍ਰਸ਼ਾਸਨ ਸਾਰੇ ਜ਼ਿੰਮੇਵਾਰ ਹੋਣਗੇ ਕਿ ਅਗਰ ਇਹਨੂੰ ਕੁਝ ਵੀ ਹੋ ਜਾਂਦਾ ਜਾਂ ਮੇਰੇ ਪਰਿਵਾਰ 'ਚ ਕਿਸੇ ਮੈਂਬਰ ਨੂੰ ਵੀ ਕੁਝ ਵੀ ਹੁੰਦਾ। ਤਾਂ ਜਿਹੜੇ ਤੁਹਾਨੂੰ ਫੋਨ ਆ ਰਹੇ ਨੇ, ਜਿਹੜੇ ਬਾਹਰਲੇ ਨੰਬਰਾਂ ਤੋਂ ਫੋਨ ਆ ਰਹੇ ਨੇ, ਕੀ ਧਮਕੀ ਦਿੱਤੀ ਜਾਂਦੀ ਹੈ ਤੁਹਾਨੂੰ ਫੋਨ ਕਰਕੇ? ਧਮਕੀ ਮੈਡਮ ਇਹਨੂੰ ਸਿੱਧਾ ਮਾਰਨ ਦੀ ਧਮਕੀ ਦਿੱਤੀ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਆਪਣੇ ਪਿਓ ਨੂੰ ਬਚਾ ਲਈ। ਹੁਣ ਕਿੱਦਾਂ ਬਚਾਏਗਾ? ਉਹਨਾਂ ਨੇ ਇੱਕੋ ਹੀ ਗੱਲ, ਇਹਦਾ ਨਾਮ ਬਾਰ-ਬਾਰ ਲੈ ਰਹੇ ਸ਼ਾਮ ਮੈਡੀਕਲ ਸਟੋਰ ਵਾਲਿਆਂ ਦਾ, ਕਿ ਉਹ ਤੁਹਾਡੀ ਭੂਆ ਲੱਗਦੀ ਹੈ, ਭੂਆ ਨੂੰ ਤੁਸੀਂ ਤੰਗ ਨਾ ਕਰੋ, ਤੰਗ ਪਰੇਸ਼ਾਨ ਨਾ ਕਰੋ, ਕੰਪਲੇਂਟ ਵਾਪਸ ਲਓ। ਉਹ ਕਹਿੰਦਾ ਮੇਰੀ ਮੰਮੀ ਦੀ ਫਰੈਂਡ ਹੈ ਕਹਿੰਦਾ, ਤੇ ਮੇਰੀ ਮਾਂ ਹੀ ਲੱਗਦੀ ਹੈ। ਸ਼ਰੇਆਮ ਇਹਦਾ ਨਾਮ ਲੈ ਰਹੇ ਆ। ਤਾਂ ਤੁਸੀਂ
ਕਿਸ ਬਿਹਾਵ ਤੇ ਅਸੀਂ ਨਾ ਮੰਨੀਏ ਕਿ ਨਹੀਂ ਫੋਨ ਕਰਵਾ ਰਹੇ। ਜਿਸ ਦਿਨ ਏਸੀਪੀ ਸਾਹਿਬ ਦੇ ਆਫਿਸ ਜਾਂਦੇ ਨਾਲ ਹੀ ਕੰਪਲੇਂਟਾਂ ਆਉਂਦੀਆਂ, ਕੰਪਲੇਂਟ ਵਾਪਸ ਲਓ, ਨਾਲ ਹੀ ਫੋਨ ਆ ਜਾਂਦੇ ਸਾਨੂੰ ਕਿ ਕੰਪਲੇਂਟ ਵਾਪਸ ਲਓ, ਕੰਪਲੇਂਟ ਵਾਪਸ ਲਓ, ਸਾਨੂੰ ਇਗਨੋਰ ਨਾ ਕਰੋ, ਕੰਪਲੇਂਟ ਵਾਪਸ ਲਓ। ਕਿਉਂ ਕਰਦੇ ਆ ਅਗਲੇ ਸਾਨੂੰ ਫੋਨ? ਅਸੀਂ ਇਸ ਰਿਗਾਰਡਿੰਗ ਆਪਣੇ ਏਰੀਆ ਜਿਹੜਾ ਐਮਐਲਏ ਸਾਹਿਬ ਨੇ ਅਸ਼ੋਕ ਪ੍ਰਾਸ਼ਰ ਪੱਪੀ ਸਾਹਿਬ, ਉਹਨਾਂ ਨੂੰ ਕਾਲ ਕੀਤੀ। ਜੋ ਉਹਨਾਂ ਨੇ ਵੋਟਾਂ ਵੇਲੇ ਜੋ ਨੰਬਰ ਡਿਸਟ੍ਰੀਬਿਊਟ ਕੀਤਾ ਸੀ ਕਿ ਹਾਂਜੀ ਜੇ ਕੋਈ ਕਿਸੇ ਨੂੰ ਦਿੱਕਤ ਪੈਂਦੀ ਹੈ ਤਾਂ ਆਮ ਪਬਲਿਕ ਦੀ ਸਰਕਾਰ ਆ, ਤੁਸੀਂ ਇਹਨੂੰ ਕਾਲ ਕਰ ਸਕਦੇ ਹੋ। ਅਸੀਂ ਉੱਥੇ ਕਾਲ ਕੀਤੀ, ਉਹਨਾਂ ਦੇ ਪੀ ਜਿਹੜੇ ਸੁਮਿਤ ਜੀ ਹੈ ਤੇ ਉਹਨਾਂ ਨੇ ਕਾਲ ਰਿਸੀਵ ਕੀਤੀ। ਮੈਂ ਉਹਨਾਂ ਨੂੰ ਕਿਹਾ ਕਿ ਸਰ ਮੈਨੂੰ ਇੱਦਾਂ ਥ੍ਰੈਡ ਆ ਰਹੇ ਨੇ, ਕਾਲ ਆ ਰਹੀਆਂ ਨੇ ਤੇ ਬਈ ਤੁਸੀਂ ਮੇਰੀ ਕੋਈ ਸੁਣਵਾਈ ਨਹੀਂ ਹੋ ਰਹੀ, ਲਗਾਤਾਰ ਮੈਨੂੰ ਕਾਲ ਆ ਰਹੀ, ਵੀ ਤੁਸੀਂ ਏਸੀਪੀ ਸਾਹਿਬ ਨੂੰ ਜੋ ਫੋਨ ਕਰ ਦਿਓ, ਸ਼ਾਇਦ ਤੁਹਾਡੇ ਕਹਿਣ ਨਾਲ ਏਸੀਪੀ ਸਾਹਿਬ ਦੇ ਕੋਈ ਸੁਣਵਾਈ ਤੇਜ਼ ਕਰ ਦੇਣ। ਤੇ ਉਹ ਕਹਿੰਦੇ ਕੋਈ ਨਾ ਜੀ, ਤੁਸੀਂ ਦੁਬਾਰਾ ਕਮਿਸ਼ਨਰ ਸਾਹਿਬ 'ਤੇ ਪੇਸ਼ ਹੋ ਜਾਓ। ਅਸੀਂ ਕਿਹਾ ਜੀ ਜੇ ਦੁਬਾਰਾ ਕਮਿਸ਼ਨਰ ਸਾਹਿਬ 'ਤੇ ਪੇਸ਼ ਹੋਣਾ ਫਿਰ ਤੁਹਾਨੂੰ ਅਸੀਂ ਕਾਲ ਕਿਉਂ ਕਰ ਰਹੇ ਹਾਂ? ਆਲਰੇਡੀ ਕਮਿਸ਼ਨਰ ਸਾਹਿਬ ਨੇ ਤਾਂ ਕੰਪਲੇਂਟ ਮਾਰਕ ਕਰ ਦਿੱਤੀ ਤੇ ਕਹਿੰਦੇ ਚਲੋ ਆਪਣੀ ਕੰਪਲੇਂਟ ਨੰਬਰ ਤੁਸੀਂ ਮੈਨੂੰ ਫਾਰਵਰਡ ਕਰੋ, ਆਪਣਾ WhatsApp ਕਰ ਦਿਓ ਤੇ ਮੈਂ ਏਸੀਪੀ ਸਾਹਿਬ ਨੂੰ ਕਹਿ ਦਿੰਦਾ। ਉਹਨਾਂ ਦੇ PA ਸਾਹਿਬ ਨੇ ਗੱਲ ਕਹੀ। ਜਦੋਂ ਮੈਂ ਸੀਨ ਕੀਤੀ, ਅੱਜ ਘੱਟੋ ਘੱਟ ਤਕਰੀਬਨ 10 ਦਿਨ ਹੋ ਗਏ ਮੈਡਮ, ਹਾਲੇ ਤੱਕ ਉਹਨਾਂ ਨੇ ਮੇਰਾ ਉਹ ਮੈਸੇਜ ਸੀਨ ਹੀ ਨਹੀਂ ਕੀਤਾ। ਤੁਸੀਂ ਆਪ ਲਾਓ ਕਿ MLA ਸਾਹਿਬ ਮੇਰੀ ਗੱਲ ਹੀ ਨਹੀਂ ਸੁਣੀ, MLA ਸਾਹਿਬ ਨੇ ਜਾਂ ਕੋਈ ਗੱਲ ਹੀ ਨਹੀਂ ਹੋਈ ਹੈਗੀ। ਉਸ ਤੋਂ ਬਾਅਦ ਜਿੰਨੇ ਕੋਈ BJP ਦਾ ਸਾਨੂੰ ਕੋਈ ਸਮਰਥਕ ਮਿਲਦਾ ਜਿਹੜਾ ਵੋਟਾਂ ਮੰਗਣ ਮੌਕੇ ਦੇ ਯਸ਼ਪਾਲ ਚੌਧਰੀ ਸਾਹਿਬ ਨਾਲ ਆਉਂਦੇ ਸੀਗੇ ਵੋਟਾਂ ਮੰਗਣ, ਅਸੀਂ ਉਹਨਾਂ ਨੂੰ ਕਿਹਾ, ਉਹਨਾਂ ਨੇ ਵੀ ਆਪਣੀ ਐਡਵਾਈਸ ਦਿੱਤੀ ਹੈ, ਕੋਈ ਸਾਨੂੰ ਕੋਈ ਸੋਲੂਸ਼ਨ ਨਹੀਂ ਦਿੱਤਾ। ਹੋਰ ਤਾਂ ਹੋਰ ਆਪਣੇ ਇੱਥੋਂ ਦੇ ਸਾਬਕਾ ਵਿਧਾਇਕ ਸਾਡੇ ਸੈਂਟਰ ਏਰੀਏ ਦੇ ਸੁਰਿੰਦਰ ਡਾਬਰ ਜੀ, ਉਹਨਾਂ ਨੂੰ ਕਾਲ ਕੀਤੀ ਕਿ ਸਰ ਸਾਨੂੰ ਇੱਦਾਂ ਕਾਲ ਆ ਰਹੀ ਹੈ। ਉਹ ਕਹਿੰਦੇ ਜੀ ਜਾ ਕੇ ਉੱਥੇ SHO ਨੂੰ ਕੰਪਲੇਂਟ ਕਰਾਓ ਤੇ ਮੇਰੀ SHO ਨਾਲ ਗੱਲ ਕਰਾ ਦਿਓ। ਅਸੀਂ ਕਿਹਾ ਆਲਰੇਡੀ ACP ਸਾਹਿਬ ਦੇ ਚੱਲਦੀ ਵੀ ਕੰਪਲੇਂਟ, ਮੇਰੇ ਕੋਲ ਉਹਦੀ ਬਾਬਤ ਰਿਕਾਰਡਿੰਗ ਵੀ ਪਈ ਹੈ ਜੋ ਸੁਰਿੰਦਰ ਡਾਬਰ ਸਾਹਿਬ ਨੇ ਮੈਨੂੰ ਗੱਲ ਕੀਤੀ ਕਿ ਉਹਨਾਂ ਨੇ ਮੈਂ ਇਹ ਕਿਹਾ ਕਿ ਮੈਨੂੰ ਮੇਰੀ SHO ਨਾਲ ਗੱਲ ਕਰਾਓ। ਮੈਂ ਕਿਹਾ ਸਰ ਮੇਰੀ ACP ਸਾਹਿਬ ਕੋਲ ਇੰਨੀ ਗੱਲ ਕਰਕੇ ਉਹਨੂੰ ਫੋਨ ਕੱਟਤਾ, ਉਹਨਾਂ ਨੇ ਵੀ ਕੋਈ ਰਿਸਪੌਂਸ ਤਾਂ ਨਹੀਂ। ਚਲੋ ਉਹਨਾਂ ਦੀ ਮੰਨਦੇ ਕਿ ਉਹ ਸਰਕਾਰ 'ਚ ਨਹੀਂ ਹੈਗੇ, ਪਰ ਜਿਹੜੇ ਸਰਕਾਰ ਦੇ ਵਿੱਚ ਉਹ ਨਹੀਂ ਸੁਣਵਾਈ ਕਰਦੇ। ਤਾਂ ਲਗਾਤਾਰ ਹੀ ਜਿਹੜੇ ਨੇ ਇਸ ਪਰਿਵਾਰ ਨੂੰ ਥ੍ਰੈਟਸ ਆ ਰਹੇ ਨੇ, ਬਾਹਰਲੇ ਨੰਬਰਾਂ ਤੋਂ ਲਗਾਤਾਰ ਹੀ ਫੋਨ ਕਰਕੇ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਜ਼ਬਰਦਸਤੀ ਕੀਤੀ ਜਾ ਰਹੀ ਹੈ ਕਿ ਉਹ ਆਪਣੀ ਦੁਕਾਨ ਦੀ ਜਗ੍ਹਾ ਛੱਡ ਦੇਣ। ਤਾਂ ਲਗਾਤਾਰ ਹੀ ਜਿਹੜਾ ਇਸ ਪਰਿਵਾਰ ਦੇ ਉੱਪਰ ਡਰ ਬਣਿਆ ਹੋਇਆ ਹੈ। ACP ਦੇ ਨਾਲ, ਇਸ ਦੇ ਨਾਲ ਹੀ ਕਮਿਸ਼ਨਰ ਪੁਲਿਸ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਪਰਿਵਾਰ ਦਾ ਇਹ ਕਹਿਣਾ ਹੈ ਕਿ ਫਿਲਹਾਲ ਦੇ ਲਈ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਜਿਹੜੀ ਹੈ ਸਹੀ ਢੰਗ ਨਾਲ ਨਹੀਂ ਕੀਤੀ ਜਾ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਆਖਿਰ ਪੁਲਿਸ ਕਿਸ ਗੱਲ ਦਾ ਇੰਤਜ਼ਾਰ ਕਰ ਰਹੀ ਹੈ ਕਿ ਕੋਈ ਅਣਹੋਣੀ ਘਟਨਾ ਹੋ ਜਾਏ ਕਿ ਫਿਰ ਪੁਲਿਸ ਆਏਗੀ। ਤਾਂ ਲਗਾਤਾਰ ਹੀ ਜਿਹੜਾ ਇਸ ਪਰਿਵਾਰ ਦੇ ਉੱਪਰ ਡਰ ਦਾ ਮਾਹੌਲ ਬਣਿਆ ਹੋਇਆ, ਲਗਾਤਾਰ ਹੀ ਜਿਹੜੀ ਹੈ ਮੰਗ ਕੀਤੀ ਜਾ ਰਹੀ ਕਿ ਇਸ ਪਰਿਵਾਰ ਦੀ ਸੁਣਵਾਈ ਕੀਤੀ ਜਾਏ, ਸਹੀ ਢੰਗ ਦੇ ਨਾਲ ਇਸ ਪੂਰੇ ਮਾਮਲੇ ਦੇ ਉੱਪਰ ਕਾਰਵਾਈ ਕੀਤੀ ਜਾਵੇ। ਤਾਂ ਜਿਹੜੇ ਮੌਜੂਦਾ ਵਿਧਾਇਕ ਨੇ ਉਹਨਾਂ ਦੇ ਨਾਲ ਵੀ ਇਸ ਬਾਬਤ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹਨਾਂ ਤੋਂ ਵੀ ਮਦਦ ਦੀ ਜਿਹੜੀ ਹੈ ਮੰਗ ਇਸ ਪਰਿਵਾਰ ਦੇ ਵੱਲੋਂ ਲਗਾਤਾਰ ਹੀ ਕੀਤੀ ਜਾ ਰਹੀ ਹੈ, ਪਰ ਫਿਰ ਵੀ ਜਿਹੜੇ ਵਿਧਾਇਕ ਨੇ ਉਹਨਾਂ ਦੇ ਵੱਲੋਂ ਵੀ ਕੋਈ ਹੱਥ ਪੱਲਾ ਜਿਹੜਾ ਨਹੀਂ ਫੜਾਇਆ ਜਾ ਰਿਹਾ। ਇਸ ਦੇ ਨਾਲ ਹੀ ਜਿਹੜੇ ACP ਨੇ, ਇਸ ਦੇ ਨਾਲ ਹੀ CP ਨੇ, ਉਹਨਾਂ ਦੇ ਵੱਲੋਂ ਵੀ ਸਹੀ ਢੰਗ ਦੇ ਨਾਲ ਇਸ ਪੂਰੇ ਮਾਮਲੇ ਦੇ ਉੱਪਰ ਕਾਰਵਾਈ नहीं की जा रही है। यदि आपको हमारी ये वीडियो पसंद आई तो हमारे चैनल को लाइक, शेयर और सब्सक्राइब करें। ऐसी और अपडेट्स देखने के लिए बेल आइकॉन जरूर दबाएं।